सतनाम वाहिगुरु साहिब जी। ज्ञान रतन सब सोजी होए, गुर प्रसाद अज्ञान विनाशै। अन दिन जागै वेखै सच सोए। धन वाहिगुरु साहिब जी। पबर तू हरियावला, कबला कंचन वन। कै दुखड़ै सड़ियो हे, काली होइया देहोरी। नानक मैं तन भंग, जाना पानी ना लहा। जैसेती मेरा संग, जित डिठै तन पर फुड़ै। चढ़ै सवगण वन, जाना पानी ना नहा। जैसेती मेरा संग, जित डिठै तन पर फुड़ै। चढ़ै सवगण वन। परम सत्कारयोग सतगुरां दी साची नवाजी गुरु रूप गुरु प्यारी साध संगत जीओ। धन सतगुरु गुरु नानक साहिब जी दे पवित्र मुखार बिंद तो उच्चारण किए हुए पावन श्लोक, जो श्लोक 12 ते वधीक अंदर सुभाएमान ने, तिन्हां श्लोकां दी लड़ीवार विचार आप जी निता प्रति सरवण करते आ रहे हो। विचार अधीन 30 नंबर श्लोक, जिसका पाठ हुणे आप जी ने सरवण किया है। ये पावन श्लोक ही अज दी विचार का केंद्र है। मन बिरतियां नूं एकाग्र करदियां होया कलगीधर पिता धन गुरु गोबिंद सिंह महाराज जी वालों बख्शिश की हुई प्यार भरी असीस गुरु फतेह नाल सांझ पाइए जी। सारे आखो वाहिगुरु जी का खालसा, वाहिगुरु जी की फतेह। गुरुदेव सच्चे पातशाह जी ने विचार अधीन पावन श्लोक के अंदर सतगुरां ने एक कृपा ये बख्शिश की है। मनुख की तरस भरी जो जिंदगी सी, जिस जिंदगी के अंदर मनुख आत्मिक तौर पे बड़ा परेशान सी, बड़ा दुखी सी, गुरुदेव सच्चे पातशाह जी ने बख्शिश की, कृपा की। एक बहुत सुंदर दृष्टांत दे के गुरुदेव सच्चे पातशाह जी ने कि आत्मिक जीवन को किवें सोहना ते सुचज्जा बनाया जा सके, गुरुदेव जी ने एक पावन उपदेश विचार अधीन पावन श्लोक के अंदर बख्शिश किया है। गुरुदेव सच्चे पातशाह महाराज बख्शिश कर दे कि भबर तू हरियावला, कबला कंचन वन। सतगुरां ने बहुत सुंदर खूबसूरत दृष्टांत
ਗੁਰਦੇਵ ਸੱਚੇ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤਾ ਹੈ। ਸਤਿਗੁਰੂ ਜੀ ਇੱਕ ਸਰੋਵਰ ਦੇ ਨਾਲ ਵਾਰਤਾਲਾਪ ਕਰਕੇ ਤੇ ਉਸ ਵਾਰਤਾਲਾਪ ਦੇ ਰਾਹੀਂ ਸਾਡੇ ਆਤਮਿਕ ਜੀਵਨ ਨੂੰ ਬਹੁਤ ਹੀ ਸੁੰਦਰ, ਬੜਾ ਸੁਚੱਜਾ ਤੇ ਬੜਾ ਸੋਹਣਾ ਉਪਦੇਸ਼ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ। ਹੁਣ ਪਾਤਸ਼ਾਹ ਜੀ ਨੇ ਪ੍ਰਤੀਕ ਵਰਤਿਆ ਹੈ ਇੱਕ ਸਰੋਵਰ ਦਾ। ਸਰੋਵਰ ਨੂੰ ਪਾਤਰ ਬਣਾ ਕੇ ਸਤਿਗੁਰੂ ਜੀ ਨੇ ਗੱਲ ਕੀਤੀ ਹੈ, ਪਰ ਇਹ ਗੱਲ ਕੇਵਲ ਸਰੋਵਰ ਦੇ ਨਾਲ ਨਹੀਂ ਹੋ ਰਹੀ, ਸਰੋਵਰ ਨੂੰ ਉਪਦੇਸ਼ ਨਹੀਂ ਦਿੱਤਾ ਜਾ ਰਿਹਾ, ਇਹ ਗੱਲ ਸਮੁੱਚੀ ਮਾਨਵਤਾ ਦੀ ਹੋ ਰਹੀ ਹੈ। ਪਾਤਸ਼ਾਹ ਸਰੋਵਰ ਦੇ ਨਾਲ ਵਾਰਤਾਲਾਪ ਕਰਦੇ ਨੇ। ਭੱਬਰ, ਭੱਬਰ ਦਾ ਅਰਥ ਹੈ ਸਰੋਵਰ, ਤਲਾਬ। ਤੂੰ ਹਰਿਆਵਲਾ, ਪਾਤਸ਼ਾਹ ਕਹਿੰਦੇ ਨੇ ਇਹ ਸਰੋਵਰ, ਇਹ ਤਲਾਬ, ਮੈਂ ਤੈਨੂੰ ਦੇਖਿਆ ਸੀ ਕੁਝ ਸਮਾਂ ਪਹਿਲਾਂ, ਤੇਰੇ ਅੰਦਰ ਬੜੀ ਹਰਿਆਵਲ ਸੀ, ਤੇਰੇ ਚਾਰ ਸਪੇਰੇ ਬੜੀ ਹਰਿਆਵਲ ਸੀ। ਕਬਲਾ ਕੰਚਨ ਵਨ, ਤੇਰੇ ਵਿੱਚ ਸੋਨੇ ਰੰਗ ਦੇ ਕੌਲ ਫੁੱਲ ਖਿੜੇ ਹੋਏ ਸਨ। ਤੇਰਾ ਜੋ ਰੂਪ ਸੀ ਉਹ ਬੜਾ ਸੁੰਦਰ ਸੀ, ਬੜਾ ਸੋਹਣਾ ਸੀ। ਪਰ ਕੀ ਗੱਲ ਹੋਈ? ਕੈ ਦੋਖੜੇ ਸੜਿਓਹੇ, ਕਾਲੀ ਹੋਈਆ ਦੇਹੁਰੀ, ਨਾਨਕ ਮੈਂ ਤਨ ਭੰਗ। ਪਾਤਸ਼ਾਹ ਕਹਿੰਦੇ ਨੇ ਕੀ ਗੱਲ ਹੋ ਗਈ? ਤੂੰ ਸੜ ਕੇ ਕਾਲਾ ਕਿਉਂ ਹੋ ਗਿਆ ਹੈ? ਤੇਰੇ ਅੰਦਰ ਦੇ ਉਹ ਫੁੱਲ ਕਿੱਥੇ ਨੇ? ਤੇਰੀ ਖੂਬਸੂਰਤੀ ਕਿੱਥੇ ਹੈ? ਤੇਰੀ ਹਰਿਆਵਲ ਕਿੱਥੇ ਹੈ? ਸਭ ਕੁਝ ਕਿੱਥੇ ਗਿਆ? ਅਗੋ ਜੋ ਭੱਬਰ ਹੈ, ਤਲਾਬ ਹੈ, ਸਰੋਵਰ ਹੈ, ਉਹ ਫਿਰ ਜਵਾਬ ਦਿੰਦਾ ਹੈ। ਉਹ ਆਖਦਾ ਹੈ ਜਾਣਾ, ਮੈਂ ਜਾਣਦਾ ਵਾਂ ਕਿ ਜੋ ਇਹ ਮੇਰੇ ਨਾਲ ਜੋ ਕੁਝ ਵਾਪਰਿਆ ਹੈ, ਮੇਰੀ ਹਰਿਆਵਲ ਜੋ ਖਤਮ ਹੋਈ ਹੈ, ਉਹਦਾ ਕਾਰਨ ਇਹ ਹੈ, ਮੇਰੇ ਅੰਦਰੋਂ ਫੁੱਲ ਸੜ ਗਏ ਨੇ। ਉਹਦਾ ਕਾਰਨ ਇਹ ਹੈ ਕਿ ਜਾਣਾ ਪਾਣੀ ਨਾ ਰਹਾ ਜੈਸੇ ਤੀ ਮੇਰਾ ਸੰਗ। ਕਹਿੰਦਾ ਮੈਂ ਜਾਣਦਾ ਵਾਂ ਜਿਸ ਵੱਡੇ ਸਾਗਰ ਦੇ ਨਾਲ ਮੇਰਾ ਸੰਬੰਧ ਸੀ ਨਾ, ਜਿੱਥੋਂ ਮੈਨੂੰ ਨਿਤ ਨਵਾਂ ਪਾਣੀ ਆਉਂਦਾ ਸੀ, ਉੱਥੋਂ ਮੇਰਾ ਸੰਬੰਧ ਟੁੱਟ ਗਿਆ ਹੈ। ਮੇਰਾ ਵੱਡੇ ਸਾਗਰ ਦੇ ਨਾਲੋਂ, ਵੱਡੇ ਦਰਿਆ ਦੇ ਨਾਲੋਂ ਸੰਬੰਧ ਟੁੱਟ ਗਿਆ ਹੈ। ਜਿੰਨਾ ਚਿਰ ਸੰਬੰਧ ਬਣਿਆ ਸੀ, ਮੇਰੇ ਅੰਦਰ ਤਾਜ਼ਾ ਪਾਣੀ ਆਉਂਦਾ ਸੀ, ਉਹਨਾਂ ਚਿਰ ਮੇਰੇ ਅੰਦਰ ਹਰਿਆਵਲ ਸੀ। ਪਰ ਹੁਣ ਵਿਛੋੜਾ ਪੈ ਗਿਆ ਹੈ। ਹੁਣ ਵਿਛੋੜੇ ਦੇ ਕਾਰਨ ਮੇਰੀ ਹਾਲਤ ਇਹ ਬਣੀ ਹੋਈ ਹੈ ਕਿ ਮੇਰਾ ਰੂਪ ਕਾਲਾ ਹੋ ਗਿਆ ਹੈ, ਮੇਰੇ ਅੰਦਰੋਂ ਫੁੱਲ ਵੀ ਸੜ ਕੇ ਸੁਆਹ ਹੋ ਗਏ ਨੇ, ਦੁਰਗੰਧੀ ਆਉਣ ਲੱਗ ਗਈ ਹੈ। ਪਰ ਉਹਦਾ ਕਾਰਨ ਵਿਛੋੜਾ ਹੈ ਕਿ ਮੈਂ ਛੋਟਾ ਤਲਾਬ ਸਾਂ, ਮੇਰਾ ਸੰਬੰਧ ਵੱਡੇ ਸਾਗਰ ਤੇ ਦਰਿਆ ਦੇ ਨਾਲ ਸੀ, ਪਰ ਉੱਥੋਂ ਸੰਬੰਧ ਟੁੱਟ ਗਿਆ ਹੈ। ਵਿਛੋੜੇ ਦੇ ਕਾਰਨ ਇਹ ਹਾਲਤ ਮੇਰੀ ਬਣ ਗਈ ਹੈ। ਤੇ ਖਿਆਲ ਕਰਨਾ, ਇੱਥੇ ਗੱਲ ਸਾਡੀ ਆਤਮਿਕ ਜੀਵਨ ਦੀ ਹੋ ਰਹੀ ਹੈ, ਸਾਡੀ ਜ਼ਿੰਦਗੀ ਦੀ ਹੋ ਰਹੀ ਹੈ। ਹੁਣ ਪਾਤਸ਼ਾਹ ਆਖਦੇ ਨੇ ਕਿ ਭਾਈ ਜੋ ਸਾਡਾ ਮੂਲ ਹੈ ਨਾ ਸਭਨਾਂ ਦਾ, ਉਹ ਮੂਲ ਹੈ ਪ੍ਰਭੂ, ਉਹ ਮੂਲ ਹੈ ਪਰਮੇਸ਼ਰ, ਤੇ ਉਹ ਸਾਡੇ ਤੋਂ ਬਾਹਰ ਨਹੀਂ। ਸਾਡਾ ਮੂਲ ਸਾਡੇ ਅੰਦਰ ਹੀ ਹੈ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਨ। ਮਨ ਹਰ ਜੀ ਤੇਰੇ ਨਾਲ ਹੈ, ਗੁਰਮਤੀ ਰੰਗਬਾਨ। हे ਮਨ, ਤੇਰਾ ਮੂਲ ਤੇਰੇ ਨਾਲ ਹੈ। ਕਹੋ ਕਬੀਰ ਇਹ ਰਾਮ ਕੀ ਅੰਸ਼। ਬਾਬਾ ਕਬੀਰ ਸਾਹਿਬ ਆਖਦੇ ਨੇ
कि साडी जिहड़ी जीव आत्मा है वो परमात्मा दी अंश है। साडी जीव आत्मा का जिहड़ा मूल है वो प्रभु है। पर जदों अपने मूल तो असीं टुटने हाँ, जदों मूल तो विछोड़ा पैंदा है ते उदों साडी जिंदगी अंदर जिहड़ा साडा मन है ये काला हो जाता है। उदों साडी जिंदगी अंदर दुख आउंदा है। उदों साडी जिंदगी अंदरों हरियावल खत्म हो जाती है, आनंद खत्म हो जाता है, साडी जिंदगी मुरझा जाती है, साडी जिंदगी का खेड़ा खत्म हो जाता है। क्यों? क्योंकि विछोड़ा पै गया है, मूल दे नालों विछड़ गया। जिस तरह तलाब सागर तो टुटिया, उहदा नाता टुट गया, संबंध टुट गया, वो हरिया भरिया सरोवर वो काला हो गया। इसी तरह बादशाह आखदे ने कि भाई जदों असीं अपने मूल तो टुटने हाँ, जिवें बाबा फरीद साहब आखदे ने, जोबन जांदे ना डरा, जे शह प्रीत ना जाए, फरीदा कीती जोबन प्रीत बिन, सुख गए कुमलाए। जीवन सुख जाता है, कुमला जाता है। क्यों? क्योंकि रब तो अपने मूल तो असीं विछड़ गए हाँ, मूल तो विछोड़ा पै गया है। ते विछोड़े का कारण की है? कि रब ने विछोड़िया है जां असीं विछड़े हाँ? वो रब नहीं किसी को विछोड़ता, वो परमेश्वर नहीं किसी को विछोड़ता। असीं अपने माड़े कर्मा करके उस रब तो विछड़े हाँ। इस गल का जवाब अमरदास महाराज जी अपनी बाणी अंदर देते हैं। लिव शुभकी लगी तृष्णा, माया अमर वरताया। तृष्णा के अधीन होकर असीं अपने मूल तो विछड़ जाते हाँ, क्योंकि तृष्णा का प्रभाव है, माया का प्रभाव है। ते गुरु अर्जन पातशाह महाराज जी ने होर कृपा की है, दस्या विछोड़े का कारण कि विछोड़ा माड़ा है, विछोड़ा दुखदाई है। गुरु नानक साहब आखदे ने कि दुख विछोड़ा सब तो पहला दुख मनुख की जिंदगी अंदर विछोड़े का है। दुखी है पर कई बार रोग का पता नहीं हुंदा कि रोग की है। बंदा परेशान है, दुखी है, दर्द हो रहा है, पर रोग का पता नहीं। हुण हजूर आखदे ने कि जे मनुख परेशान है, आत्मिक तल ते दुखी है, तो हो सकता है पहला रोग इसनूं सारिया होवे कि विछड़िया होवे रब तो। दुख विछोड़ा, ये विछोड़ा पहला दुख है। ते गुरु अर्जन पातशाह महाराज समझाते हैं कि भाई ये जो विछोड़ा किवें पैदा होता है साडे अंदर, ते विछोड़े के अंदर मनुख का मुल की है, ते विछोड़े के अंदर मनुख की हालत की है। क्योंकि विचार अधीन श्लोक अंदर गुरु नानक साहब जी विछोड़े का जिक्र करते पे कि असीं अपने मूल तो विछड़े हाँ। पर जदों गुरु अर्जन पातशाह महाराज जी ने पूछिए तो पातशाह बड़े प्यार के नाल समझाते हैं। सतगुर आखदे ने कि किरत कर्म के विछोड़े। ये नहीं आखिया कि रब ने विछोड़िया, नहीं। किरत कर्म दो शब्द ने, एक किरत ते दूसरा कर्म। किरत का अर्थ है सुभाव ते कर्म का अर्थ है काम। माड़ा जो साडा सुभाव बनता है, जो साडे अंदर माड़ी सोच इकत्र हो जाती है, माड़े संस्कार
ਅੰਦਰ ਜਮਾ ਹੋ ਜਾਂਦੇ ਨੇ। ਫਿਰ ਸਾਡੇ ਉਸ ਤੋਂ ਬਾਅਦ ਜਿਹੜੇ ਕਰਮ ਹੁੰਦੇ ਨੇ ਨਾ, ਉਹ ਵੀ ਮਾੜੇ ਹੁੰਦੇ ਨੇ, ਕਿਉਂਕਿ ਅੰਦਰ ਸੰਸਕਾਰ ਮਾੜੇ ਨੇ। ਅੰਦਰ ਜਿਹੜੀਆਂ ਵਿਚਾਰਾਂ ਦਾ ਸੰਗ੍ਰਹਿ ਹੈ ਉਹ ਮਾੜਾ ਹੈ। ਉਸ ਨੂੰ ਆਖਦੇ ਨੇ ਕਿਰਤ ਸੁਭਾਅ, ਕਿ ਜੋ ਮਾੜਾ ਸੁਭਾਅ ਸੀ ਉਹਦੇ ਰਾਹੀਂ ਮਾੜੇ ਕੰਮ ਹੋਵੇ। ਤੇ ਇਹਨਾਂ ਕਰਮਾਂ ਨੇ ਵਿਛੋੜਾ ਪਾ ਦਿੱਤਾ। ਕਿਰਤ ਕਰਮ ਕੇ ਵਿਛੜੇ, ਕਰ ਕਿਰਪਾ ਮੇਲੋ ਰਾਮ। हे ਰਮੇ ਹੋਏ ਪਰਮੇਸ਼ਰ ਜੀ, ਰਾਮ ਜੀ ਤੁਸੀਂ ਕਿਰਪਾ ਕਰੋ, ਅਸੀਂ ਆਪਣੇ ਕਰਮਾਂ ਕਰਕੇ ਵਿਛੜੇ ਹਾਂ। ਕਤਕ ਕਰਮ ਕਮਾਵਨੇ, ਦੋਸ਼ ਨਾ ਕਾਹੂ ਜੋ। ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ। ਜਾ ਪਾਤਸ਼ਾਹ ਫਰਮਾਉਂਦੇ ਨੇ ਕਿ ਦੱਦੇ ਦੋਸ਼ ਨਾ ਦੇਹੂੰ ਕਿਸੇ, ਦੋਸ਼ ਕਰਮਾ ਆਪਣਿਆ। ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰ ਜਨਾ। ਮੁਝ ਅਵਗਣ ਸ਼ੈ ਨਾਹੀ ਦੋਸ਼। ਅਵਗੁਣ ਮੇਰੇ ਅੰਦਰ ਸੀ, ਮੈਂ ਆਪਣੇ ਕਰਮਾਂ ਕਰਕੇ ਰੱਬ ਤੋਂ ਵਿਛੜਿਆ। ਤੇ ਪਾਤਸ਼ਾਹ ਆਖਦੇ ਨੇ ਕਿਰਤ ਕਰਮ ਕੇ ਵਿਛੜੇ, ਕਰ ਕਿਰਪਾ ਮੇਲੋ ਰਾਮ। ਚਾਰ ਕੁੰਠ ਦਹ ਦਿਸ ਭ੍ਰਮੇ, ਥਕ ਆਏ ਪ੍ਰਭ ਕੀ ਸ਼ਾਮ। ਕਿ ਮਨੁੱਖ ਮਾਇਆ ਦੇ ਵਿੱਚੋਂ ਸੁੱਖ ਲੈਣ ਵਾਸਤੇ ਦਸਾਂ ਦਿਸ਼ਾਵਾਂ ਦੇ ਵੱਲ ਦੌੜਦਾ ਹੈ। ਪਰ ਪਾਤਸ਼ਾਹ ਕਹਿੰਦੇ ਨੇ ਭਾਈ, ਦਸਾਂ ਦਿਸ਼ਾਵਾਂ ਵੱਲ ਦੌੜਿਆ ਵੀ ਮਾਇਆ ਵਿੱਚੋਂ ਸੁੱਖ ਦੀ ਪ੍ਰਾਪਤੀ ਨਹੀਂ ਹੋਣੀ। ਪਾਤਸ਼ਾਹ ਕਹਿੰਦੇ ਨੇ ਅਸੀਂ ਥੱਕ ਕੇ ਹੁਣ ਰੱਬ ਦੀ ਸ਼ਰਨ ਵਿੱਚ ਆ ਗਏ ਹਾਂ। ਥਕ ਆਏ ਪ੍ਰਭ ਕੀ ਸ਼ਾਮ। ਤੇ ਸਤਿਗੁਰੂ ਸਮਝਾਉਂਦੇ ਨੇ ਕਿ ਵਿਛੋੜੇ ਅੰਦਰ ਮਨੁੱਖ ਦੀ ਕੀਮਤ ਕੀ ਹੈ, ਪਾਇਆ ਕੀ ਹੈ। ਜਿਹੜਾ ਆਪਣੇ ਮੂਲ ਤੋਂ ਵਿਛੜ ਗਿਆ ਹੈ, ਉਸ ਮਨੁੱਖ ਦੀ ਪਾਇਆ ਕੀ ਹੈ, ਕਿੰਨੀ ਕੁ ਕੀਮਤ ਹੈ। ਸਤਿਗੁਰੂ ਜੀ ਸਮਝਾਉਂਦੇ ਨੇ ਧੇਨ ਦੁੱਧੇ ਤੇ ਬਾਹਰੀ, ਕਿਤੇ ਨਾ ਆਵੇ ਕਾਮ। ਧੇਨ ਦੁੱਧੇ ਤੇ ਬਾਹਰੀ, ਕਿ ਜਿਸ ਗਾਂ ਦੇ ਪੱਲੇ ਦੁੱਧ ਨਹੀਂ ਹੈਗਾ, ਉਹ ਗਾਂ ਕਿਸੇ ਕੰਮ ਨਹੀਂ, ਉਹਦਾ ਕੋਈ ਮੁੱਲ ਨਹੀਂ ਪਾਉਂਦਾ, ਕਿਉਂਕਿ ਉਹਦੇ ਪੱਲੇ ਦੁੱਧ ਨਹੀਂ ਹੈਗਾ। ਤੇ ਉਹਦਾ ਮਾਲਕ ਵੀ ਉਹਦਾ ਰੱਸਾ ਲਾ ਲੈਂਦਾ ਹੈ, ਬਾਹਰ ਸਿੱਕ ਦਿੰਦਾ ਹੈ। ਤੇ ਸੇਵਾ ਵੀ ਉਸੇ ਗਾਂ ਦੀ ਹੋ ਰਹੀ ਹੈ ਜਿਸ ਦੇ ਪੱਲੇ ਦੁੱਧ ਹੈ। ਤੇ ਜੇ ਦੁੱਧ ਨਹੀਂ ਤੇ ਆਮ ਗਾਵਾਂ ਸੜਕਾਂ ਤੇ ਲੱਗੀਆਂ ਫਿਰਦੀਆਂ ਨੇ। ਹੁਣ ਸਤਿਗੁਰ ਆਖਦੇ ਨੇ ਇਹ ਕੀਮਤ ਹੈ ਸਾਡੀ। ਸਾਡੇ ਜੀਵਨ ਦਾ ਮੁੱਲ ਤਾਂ ਹੀ ਹੋਇਆ ਜੇ ਅਸੀਂ ਮੂਲ ਦੇ ਨਾਲ ਜੁੜੇ ਹੋਏ ਹਾਂ। ਤੇਲ ਦੁੱਧੇ ਤੇ ਬਾਹਰੀ, ਕਿਤੇ ਨਾ ਆਵੇ ਕਾਮ। ਜਲ ਬਿਨ ਸ਼ਾਪ ਕੁ ਮਿਲਾਵਟੀ, ਉਪਜੇ ਨਾਹੀ ਦਾਮ। ਪਾਣੀ ਦੇ ਨਾਲ ਫਸਲ ਹੁੰਦੀ ਹੈ, ਫਸਲ ਤੋਂ ਧਨ ਦੀ ਪ੍ਰਾਪਤੀ ਹੁੰਦੀ ਹੈ। ਤੇ ਪਾਤਸ਼ਾਹ ਕਹਿੰਦੇ ਨੇ ਕਿ ਜੇ ਫਸਲ ਹੀ ਨਹੀਂ ਹੋਈ, ਪਾਣੀ ਨਹੀਂ ਮਿਲਿਆ, ਫਸਲ ਨਹੀਂ ਹੋਈ, ਤੇ ਧਨ ਕਿਵੇਂ ਮਿਲੇਗਾ। ਇਸੇ ਤਰ੍ਹਾਂ ਮਨੁੱਖ ਦੀ ਹਾਲਤ ਹੈ ਵਿਛੋੜੇ ਅੰਦਰ। ਪਾਪ ਕੀ ਜ਼ਿੰਦਗੀ ਦਾ ਕੋਈ ਮੁੱਲ ਨਹੀਂ। ਤੇ ਸਤਿਗੁਰ ਜੀ ਸਮਝਾਉਂਦੇ ਨੇ ਇਹ ਤੇ ਹੈ ਪਾਇਆ, ਕੀਮਤ ਕੀ ਹੈ। ਪਰ ਵਿਛੋੜੇ ਦੇ ਅੰਦਰ ਹਾਲਤ ਕੈਸੀ ਹੁੰਦੀ ਹੈ ਮਨੁੱਖ ਦੀ। ਜਿਤ ਘਰ ਹਰ ਕੰਤ ਨਾ ਪ੍ਰਗਟੇ, ਭੱਠ ਨਗਰ ਸੇ ਗ੍ਰਾਮ। ਸਤਿਗੁਰ ਆਖਦੇ ਨੇ ਕਿ ਜਿਸ ਹਿਰਦੇ ਰੂਪੀ ਘਰ ਵਿੱਚ ਉਹ ਰੱਬ ਜੀ ਪ੍ਰਗਟ ਨਹੀਂ ਹੋਏ, ਭੱਠ ਨਗਰ ਸੇ ਗ੍ਰਾਮ, ਉਸ ਮਨੁੱਖ ਨੂੰ ਬਾਹਰਲੇ ਨਗਰ, ਬਾਹਰ ਦੇ ਸ਼ਹਿਰ ਭੱਠੀ ਦੇ ਵਾਂਗ ਤਪਦੇ ਹੋਏ ਨਜ਼ਰ ਆਉਂਦੇ ਨੇ। ਕਿਉਂ? ਕਿਉਂਕਿ ਮਨੁੱਖ ਆਪ ਤਪਿਆ ਹੈ। ਜਿਹੋ ਜਿਹੀ ਮਨੁੱਖ ਦੀ ਦ੍ਰਿਸ਼ਟੀ ਹੋਏਗੀ, ਸੰਸਾਰ ਉਹੋ ਜਿਹਾ ਨਜ਼ਰ ਆਵੇਗਾ। ਜੇ ਮਨੁੱਖ ਆਪ ਦੁਖੀ ਹੈ ਤੇ ਉਸਨੂੰ ਸਾਰੇ ਦੁਖੀ ਨਜ਼ਰ ਆਉਣਗੇ। ਜੇ ਆਪ ਤਪਿਆ ਹੈ ਤੇ ਉਸਨੂੰ ਸਾਰੇ ਤਪੇ ਹੋਏ ਨਜ਼ਰ ਆਉਣਗੇ। ਪਾਤਸ਼ਾਹ ਕਹਿੰਦੇ ਨੇ ਇਹ ਵਿਛੋੜੇ ਦੇ ਅੰਦਰ ਇਹ ਮਨੁੱਖ ਦੀ ਹਾਲਤ ਹੈ। ਤੇ ਅੱਗੇ ਆਖਦੇ ਨੇ ਪ੍ਰਭ ਸੁਆਮੀ ਕੰਤ ਵੀ ਹੋਣੀਆਂ, ਮੀਤ ਸੱਜਣ ਸਭ ਜਾਮ। ਇਹ ਭਾਈ ਤੇਰਾ ਅਸਲ ਸੱਜਣ ਤੇ ਰੱਬ ਹੈ, ਪਰਮੇਸ਼ਰ ਹੈ।
पर जे ਉਹਦੇ ਤੋਂ ਤੂੰ ਵਿਛੜਿਆ ਹੈ, ਤੈਨੂੰ ਬਾਹਰਲੇ ਜਿਹੜੇ ਸੱਜਣ ਨੇ ਉਹ ਆਤਮਿਕ ਸੁੱਖ ਨਹੀਂ ਦੇ ਸਕਦੇ, ਆਤਮਿਕ ਆਨੰਦ ਨਹੀਂ ਦੇ ਸਕਦੇ। ਪ੍ਰਭ ਸੁਆਮੀ ਕੰਤ ਵੀ ਹੋਣੀਆਂ ਮੀਤ ਸੱਜਣ ਸਭ ਜਾਮ। ਉਹ ਜਿਹੜੇ ਬਾਹਰਲੇ ਸੱਜਣ ਮਿੱਤਰ ਉਹ ਤੇ ਜਮਾ ਵੀ ਲਿਆਈ ਨੇ ਜੇ ਤੂੰ ਇੱਕ ਸੱਜਣ ਤੋਂ ਰੱਬ ਤੋਂ ਟੁੱਟਿਆ ਹੈ। ਤੇ ਪਾਤਸ਼ਾਹ ਕਹਿੰਦੇ ਇਹ ਹੈ ਵਿਛੋੜਾ ਕਿਵੇਂ ਪੈਂਦਾ ਹੈ, ਵਿਛੋੜੇ ਅੰਦਰ ਮਨੁੱਖ ਦੀ ਕੀਮਤ ਕੀ ਹੈ ਤੇ ਵਿਛੋੜੇ ਦੇ ਅੰਦਰ ਮਨੁੱਖ ਦੀ ਦਸ਼ਾ ਕੀ ਹੁੰਦੀ ਹੈ, ਮਨੁੱਖ ਦੇ ਹਾਲਾਤ ਕੀ ਹੁੰਦੇ ਨੇ। ਹੁਣ ਪਾਤਸ਼ਾਹ ਇੱਥੇ ਭੱਬਰ ਦਾ ਜ਼ਿਕਰ ਕਰਕੇ, ਸਰੋਵਰ ਦੀ ਗੱਲ ਕਰਕੇ ਗੱਲ ਵਿਛੋੜੇ ਦੀ ਕਰ ਰਹੇ ਨੇ, ਸਾਡੀ ਜ਼ਿੰਦਗੀ ਦੀ ਕਰ ਰਹੇ ਨੇ ਕਿ ਅਸੀਂ ਵੀ ਆਪਣੇ ਮੂਲ ਤੋਂ ਵਿਛੜ ਚੁੱਕੇ ਹਾਂ। ਜਿਵੇਂ ਇੱਕ ਛੋਟਾ ਤਲਾਬ ਆਪਣੇ ਮੂਲ ਵੱਡੇ ਸਾਗਰ ਤੋਂ, ਦਰਿਆ ਤੋਂ ਵਿਛੜ ਚੁੱਕਾ ਹੈ, ਪਰ ਉਹ ਸੁੱਕ ਗਿਆ ਹੈ, ਉਹਦੀ ਹਰਿਆਵਲ ਖਤਮ ਹੋ ਗਈ ਹੈ। ਤੇ ਪਾਤਸ਼ਾਹ ਕਹਿੰਦੇ ਇਸੇ ਤਰ੍ਹਾਂ ਸਾਡੀ ਜ਼ਿੰਦਗੀ ਅੰਦਰੋਂ ਵੀ ਬਸੰਤ ਦਾ ਖੇੜਾ ਖਤਮ ਹੋ ਚੁੱਕਾ ਹੈ, ਹਰਿਆਵਲ ਖਤਮ ਹੋ ਚੁੱਕੀ ਹੈ, ਆਨੰਦ ਖਤਮ ਹੋ ਚੁੱਕਾ ਹੈ। ਸ਼ੁਭ ਗੁਣਾਂ ਦੇ ਜਿਹੜੇ ਫੁੱਲ ਨੇ ਉਹ ਮੁਰਝਾ ਚੁੱਕੇ ਨੇ, ਗੁਣ ਖਿੜਨੇ ਬੰਦ ਹੋ ਗਏ ਨੇ, ਮੁਰਝਾ ਚੁੱਕੇ ਨੇ ਗੁਣ। ਤੇ ਗੁਰਦੇਵ ਸੱਚੇ ਪਾਤਸ਼ਾਹ ਕਹਿੰਦੇ ਨੇ ਕਾਰਨ ਕੀ ਅਸੀਂ ਮੂਲ ਤੋਂ ਵਿਛੜ ਗਏ। ਜਿਹੜਾ ਸੋਮਾ ਸੀ ਨਾ, ਅੰਮ੍ਰਿਤ ਦਾ ਸੋਮਾ, ਅੰਮ੍ਰਿਤ ਦਾ ਸਾਗਰ ਮੁਜੱਸਮਾ, ਉਹਦੇ ਤੋਂ ਕਿਤੇ ਨਾ ਕਿਤੇ ਟੁੱਟ ਗਏ ਹਾਂ। ਤੇ ਪਾਤਸ਼ਾਹ ਜੀ ਤੋਂ ਪੁੱਛ ਕਰੀਏ, ਸਤਿਗੁਰਾਂ ਦੀ ਬਾਣੀ ਸਮਝਾਉਂਦੀ ਹੈ ਭਾਈ ਉਹ ਜੋ ਅੰਮ੍ਰਿਤ ਦਾ ਸਰੋਵਰ ਹੈ, ਅੰਮ੍ਰਿਤ ਦਾ ਸੋਮਾ ਹੈ, ਉਹ ਕਿਤੇ ਬਾਹਰ ਨਹੀਂ, ਉਹ ਸਾਡੇ ਸਾਰਿਆਂ ਦੇ ਅੰਦਰ ਹੈ, ਸਾਰਿਆਂ ਦੇ ਅੰਦਰ। ਅੰਤਰ ਖੂਠਾ ਅੰਮ੍ਰਿਤ ਭਰਿਆ, ਸ਼ਬਦੇ ਕਾੜ ਪੀਏ ਪਨਿਹਾਰੀ। ਅੰਤਰ ਖੂਟਾ, ਖੂਟਾ ਦਾ ਅਰਥ ਹੈ ਖੂਹ। ਪਾਤਸ਼ਾਹ ਕਹਿੰਦੇ ਨੇ ਤੇਰੇ ਅੰਦਰ ਹੀ ਅੰਮ੍ਰਿਤ ਦਾ ਖੂਹ ਹੈ, ਪਰ ਪੀਣਾ ਕਿਵੇਂ ਹੈ? ਸ਼ਬਦੇ ਕਾੜ ਪੀਏ ਪਨਿਹਾਰੀ। ਗੁਰੂ ਜੀ ਦੀ ਮੱਤ ਲੈ ਕੇ, ਸ਼ਬਦ ਲੈ ਕੇ ਜਦੋਂ ਸ਼ਬਦ ਦੇ ਅੰਦਰ ਸੁਰ ਟਿਕਾਵਾਂਗੇ, ਸਮਝਾਂਗੇ, ਤੇ ਪਾਤਸ਼ਾਹ ਕਹਿੰਦੇ ਨੇ ਆਤਮਿਕ ਜੀਵਨ ਨੂੰ ਅੰਮ੍ਰਿਤ ਜਲ ਦੀ ਪ੍ਰਾਪਤੀ ਹੋਵੇਗੀ। ਤੇ ਰੱਬ ਜੀ ਨੇ ਇਹ ਸਾਰਿਆਂ ਅੰਦਰ ਹੀ ਅੰਮ੍ਰਿਤ ਦਾ ਸੋਮਾ ਟਿਕਾਇਆ ਹੋਇਆ ਹੈ, ਅੰਮ੍ਰਿਤ ਦਾ ਕੁੰਡ ਸਾਰਿਆਂ ਦੇ ਅੰਦਰ ਹੈ। ਪਰ ਜਿਹੜੇ ਪੀ ਲੈਂਦੇ ਨੇ, ਜਿਨ੍ਹਾਂ ਦੀ ਸਾਰ ਉਸ ਅੰਮ੍ਰਿਤ ਰੂਪੀ ਖੂਹ ਦੇ ਨਾਲ ਬਣ ਜਾਂਦੀ ਹੈ, ਸਤਿਗੁਰ ਕਹਿੰਦੇ ਨੂੰ ਸਦਾ ਹੀ ਖੇੜੇ ਵਿੱਚ ਰਹਿੰਦੇ ਨੇ, ਜ਼ਿੰਦਗੀ ਅੰਦਰ ਸਦਾ ਹੀ ਹਰਿਆਵਲ ਰਹਿੰਦੀ ਹੈ। ਤੇ ਕਿੰਨੀ ਰੱਬ ਜੀ ਨੇ ਇਹ ਬਖਸ਼ਿਸ਼ ਕੀਤੀ ਹੈ ਕਿ ਸਾਰਿਆਂ ਦੇ ਅੰਦਰ ਹੀ ਦਾਤ ਟਿਕਾ ਦਿੱਤੀ ਹੈ। ਤੇ ਇਹ ਦਾਤ ਸਭ ਤੋਂ ਕੀਮਤੀ ਹੈ, ਸਭ ਤੋਂ ਕੀਮਤੀ। ਮਨੁੱਖ ਕਿਸੇ ਘਰ ਵਿੱਚ ਇੱਕ ਵਾਰੀ ਕੋਈ ਚੀਜ਼ ਮੰਗਣ ਜਾਏ, ਦੋ ਵਾਰੀ ਜਾਏ, ਤੇ ਜੋ ਦੇਣ ਵਾਲਾ ਹੈ ਉਹ ਦੁਖੀ ਹੋ ਜਾਂਦਾ ਹੈ, ਭਾਈ ਤੇ ਰੋਜ਼ ਹੀ ਮੇਰੇ ਕੋਲ ਮੰਗਣ ਆ ਜਾਂਦਾ ਹੈ। ਹੁਣ ਬਾਦਸ਼ਾਹ ਕਹਿੰਦੇ ਕਿ ਭਾਈ ਜੋ ਅਸਲ ਤੱਤ ਹੈ ਜ਼ਿੰਦਗੀ ਦਾ, ਅੰਮ੍ਰਿਤ ਰਸ ਜਿਸ ਦੇ ਰਾਹੀਂ ਆਨੰਦ ਦੀ ਪ੍ਰਾਪਤੀ ਹੋਣੀ ਹੈ, ਉਹ ਅੰਮ੍ਰਿਤ ਦੀ ਰੱਬ ਨੇ ਸਭ ਦੇ ਅੰਦਰ ਟਿਕਾਇਆ ਹੋਇਆ। ਤੈਨੂੰ ਕਿਤੇ ਬਾਹਰ ਜਾਣ ਦੀ ਲੋੜ ਨਹੀਂ। ਮਨ ਰੇ ਥਿਰ ਰਹੋ, ਮਤ ਕਤ ਜਾਹੀ ਜੀਓ, ਬਾਹਰ ਢੂੰਡਤ ਬਹੁਤ ਦੁੱਖ ਪਾਵੇ, ਘਰ ਅੰਮ੍ਰਿਤ ਘਟ ਮਾਹੀ ਜੀਓ। ਕਿ ਜਿਹੜਾ ਅੰਮ੍ਰਿਤ ਦਾ ਸਰੋਵਰ ਹੈ ਉਹ ਤੇਰੇ ਅੰਦਰ ਹੈ, ਪਰ ਤੂੰ ਗੁਰੂ ਸ਼ਬਦ ਨਾਲ ਜੁੜ ਕੇ, ਬਾਣੀ ਦੇ ਨਾਲ ਜੁੜ ਕੇ ਆਪਣੇ ਅੰਦਰ ਦੇ ਅੰਮ੍ਰਿਤ ਰੂਪੀ ਖੂਹ ਨੂੰ ਤੂੰ ਸਮਝਣ ਦਾ ਯਤਨ ਕਰ। ਤੇ ਜੇ ਤੂੰ ਟੁੱਟ ਗਿਆ ਤੇ ਤੇਰੀ ਜ਼ਿੰਦਗੀ ਵੀ ਉਸ ਸੁੱਕੇ ਹੋਏ ਤਲਾਬ ਦੀ ਤਰ੍ਹਾਂ ਹੋ ਜਾਏਗੀ, ਤੇਰੀ ਜ਼ਿੰਦਗੀ ਵੀ ਸੁੱਕੇ ਹੋਏ ਤਲਾਬ ਦੀ ਤਰ੍ਹਾਂ। ਜੇ ਬਾਬਾ ਫਰੀਦ ਸਾਹਿਬ ਜੀ ਦਾ ਸ਼ਲੋਕ ਆਪਾਂ ਪਹਿਲਾਂ ਵਿਚਾਰਿਆ ਹੈ,
जोबन जांदे ना डरा जे शह प्रीत ना जाए, फरीदा किती जोबन प्रीत बेना सुख गए कुमलाए। ये जिंदगी भी सुख जाएगी, कुमला जाएगी। ते गुरु अर्जन पातशाह महाराज कृपा करते ने, नानक नाम मिले ता जीवा, तन मन थीवै हरिया। हरियावल की गल आ रही है, तन मन थीवै हरिया। ये तन ते मन पूर्ण तौर ते हरिया हो जाएगा, पर कदों? जदों असीं अपने मूल दे नाल जुड़ांगे। पातशाह एक होर बाणी अंदर दृष्टांत देंदे ने, खखड़ियां सुहावियां लगड़ियां अक कंठ, बिरा विछोड़ा धनी स्यों, नानक सहसे गठ। पातशाह समझाते हैं गुरु अर्जन देव महाराज, खखड़ियां सुहावियां, अक्कां नूं लगियां होइयां खखड़ियां, जो खखड़ियां दा रूप हुंदा है उहो जिहा फल हुंदा है, पर मूल दे नाल जुड़ के वो जिहड़ियां अकड़ियां ने बड़ियां सुंदर लगदियां ने, पर जदों कोई उन्हां नूं मूल दे नालों तोड़ लैंदा है, मूल दे नाल जुड़ के ते बड़ियां सोहणियां सन, पर उदों ही उन्हां दा सुहपण खत्म हो जाता है जदों वो मूल दे नालों टुट जांदियां ने। साडा सुहपण, साडी आत्मिक सुंदरता, साडा आत्मिक आनंद, साडा आत्मिक खेड़ा ये मूल दे नाल जुड़ के ही रहिंदा है। ते जदों एक मूल तो नाता टुट गया ते आत्मिक सुंदरता, सुहपण, आनंद, खेड़ा, विकास, शुभ गुण ये सब कुछ बिंस जाते हैं। हर विफरत तेरे गुण गलिया, जिवें पातशाह कहते हैं, भब्बर तेरे अंदर बड़े सुंदर फुल सन, किथे गए? सड़ के स्वाह हो गए ने। ते जिंदगी अंदर जिहड़े गुण सन, जदों रब जी तो टुटे वो गुण गल गए, खत्म हो गए। हर विफरत तेरे गुण गलिया। बाबा कबीर साहब जी का पावन श्लोक है, कबीर जैसी उपजी पेड़ ते, जो तैसी निभै औड़, हीरा किसका बापुरा पूजे ना रतन करोड़। बाबा कबीर साहब जी का छोटे बूटे का, दरखत का दृष्टांत दे के समझा रहे हैं कि जदों छोटे बूटे नूं लाया जाता है ना, तो जिस पासे हवा आउंदी उस पासे झुक पैंदा है, पर जदों वड्डा हो जाता है ना ते हवा आउंदी वो झुकदा नहीं हैगा। इत्थे एग्जाम्पल दी जा रही, उदाहरण दी जा रही है, पर वो ना झुकण करके टुट जाता है, पर जिन्ना चिर छोटा हुंदिया वो झुकदा रहा उन्ना चिर बचिया रहा। पर बादशाह कहते इसी तरह जिन्ना चिर जिंदगी अंदर निमरता होवेगी, प्यार होवेगा, उन्ना चिर आनंद खेड़ा सदा कायम रहेगा। पर जदों आकड़ आ गई, हंकार आ गया जिंदगी अंदर, उदों टुट जावांगे। ते बादशाह इत्थे समझाउंदे ने, जाना पानी ना नहा, जैसे ती मेरा संग, जित डिठै तन पर फुड़ै, चढ़े चवगण वन। वो भवर आखदे, सरोवर आखदे कि पानी नूं देख के मेरा मन ते तन खिड़ जाता है। ते पातशाह आखदे ने कि भाई जदों गुरु दे दीदार करांगे, रब दे दर्शन करांगे, मूल दे नाल जुड़ांगे, उदों साडी जिंदगी अंदर मुड़ हरियावल पैदा हो जाएगी, मुड़ आनंद ते सुख फिर वापस आ जाएगा। अंदर सच्चा नेह लाया प्रीतम अपने, तन मन हुए निहाल, जां गुरु देखा सामने। सो गुरु साहब कृपा कर, पावन पवित्र विचार अधीन श्लोक तिन्हां दे अमृत वचन साडे सबना दे हिरदे अंदर वसन। असीं भी अपने मूल दे नाल जुड़ के आत्मिक आनंद, आत्मिक रस, आत्मिक खेड़े की प्राप्ति कर सकीए। कल गुरु अर्जन साहब सच्चे पातशाह जी के शहीदी दिहाड़े ते आपां इस समय गुरमत विचारां, गुरु इतिहासिक विचारां दे नाल सांझ पावांगे। वाहिगुरू जी का खालसा, वाहिगुरू जी की फतेह।